अस्सलाम वालेकुम इशफाक भाई। वालेकुम अस्सलाम। की हाल चाल है? खैरियत, शुक्र अल्लाह पाक दा। अच्छा इशफाक भाई, ਬਰਤਾਨੀਆ 'ਚ ਇੱਕ 에ਅਰ ਸ਼ੋ ਹੋਇਆ ਜਿਹਦੇ ਵਿੱਚ ਕਾਫੀ ਉਹਨਾਂ ਮੁਲਕਾਂ ਦੀ 에ਅਰ ਫੋਰਸ ਨੂੰ ਦਾਵਤ ਦਿੱਤੀ ਹੈ, ਪਾਕਿਸਤਾਨ ਨੂੰ ਵੀ ਬੁਲਾਇਆ। ਸਾਡਾ ਗਵਾਂਢੀ ਜਿਹੜਾ ਇੰਡੀਆ ਹੈ ਆਪਣੇ ਆਪ ਨੂੰ ਚੌਥੀ ਇੱਕ ਵੱਡੀ 에ਅਰ ਫੋਰਸ ਕਹਿੰਦਾ, ਬੜਾ ਸ਼ਕਤੀਮਾਨ ਕਹਿੰਦਾ, ਇਹਨਾਂ ਨੂੰ ਕਿਉਂ ਨਹੀਂ ਬੁਲਾਇਆ? ਦੇਖੋ ਜੀ, 에ਅਰ ਸ਼ੋ ਦੇ ਵਿੱਚ ਜੰਗੀ ਜਹਾਜ਼ ਉੜਦੇ ਨੇ। ਜਿਹੜੇ ਮੁਲਕ ਆਪਣੇ ਜੰਗੀ ਤਿਆਰੇ ਬਣਾ ਰਹੇ ਨੇ ਉਹ ਆਪਣੇ ਤਿਆਰੇ ਲੈ ਕੇ ਜਾਂਦੇ ਨੇ, ਉਹਨਾਂ ਨੂੰ ਉੱਥੇ ਇੰਟਰੋਡਿਊਸ ਕਰਾਉਂਦੇ ਨੇ, ਉਡਾ ਕੇ ਵਹਾਉਂਦੇ ਨੇ ਉਹਨਾਂ ਦੀਆਂ ਸਾਰੀਆਂ ਖੂਬੀਆਂ ਖਾਮੀਆਂ ਜੋ ਹੁੰਦੀਆਂ ਨੇ ਪਬਲਿਕ ਦੇਖਦੀ ਹੈ ਕਿ ਇਹਨਾਂ 'ਚ ਕਿੰਨੀ ਕੁ ਸਲਾਹੀਅਤ ਹੈ। ਉੱਥੇ ਫਿਰ ਜਿਹੜੇ ਸਪੈਸ਼ਲਿਸਟ ਲੋਕ ਹੁੰਦੇ ਨੇ ਨਾ, ਜਿਹੜੇ 에ਅਰ ਫੋਰਸ ਦੂਸਰੇ ਮਮਾਲਕ ਦੇ, ਉਹ ਫਿਰ ਉਹਨਾਂ ਨੂੰ ਖਰੀਦਣ ਵਾਸਤੇ ਫੈਸਲਾ ਕਰਦੇ ਨੇ। ਇੰਡੀਆ ਉੱਥੇ ਕੀ ਲੈ ਕੇ ਜਾਂਦਾ? ਕੀ ਉੱਥੇ ਰਕਸ਼ੇ ਲੈ ਕੇ ਜਾਂਦਾ? ਇੰਡੀਆ ਵਾਲਾ ਰਕਸ਼ਾ ਮੰਤਰੀ ਇਹਨਾਂ ਦਾ ਉੱਥੇ ਪੈਰੀ ਪਿਆ ਜਾ ਕੇ ਚਾਈਨਾ ਦੇ, ਇਹ ਉਹਨੂੰ ਰਕਸ਼ਾ ਮੰਤਰੀ ਕਹਿੰਦੇ ਨੇ ਨਾ, ਰਾਜਨਾਥ ਸਿੰਘ ਪੈਰੀ ਪਿਆ। ਤੇ ਉਹ ਗੌਰਵ ਆਰੀਆ ਕਹਿ ਰਿਹਾ जल रहा है पाकिस्तान ये तस्वीरें देखकर। लो जी, उसे पैरी पे सानू की लोड़ सड़न दी? चाइना साडा दोस्त है, माफिया मंगन तुसी जांदे हो उथों, सानू की लोड़ जड़न दी? ते की लेके रक्शे लेके जाना सी उथे? नहीं यार, उन्हां को 2000 ਤਿਆਰਾ है तो कोई ले जांदे। नहीं, 2000 ਜਿਹੜੇ ਤਿਆਰੇ ਨੇ ਜਿਨ੍ਹਾਂ ਦੇ ਵਿੱਚ ਰਫੀਲ ਹੈ ਨਾ ਸਭ ਤੋਂ ਭਾਰਾ, ਤੇ ਰਫੀਲ ਦਾ ਉਹਨਾਂ ਹਸ਼ਰ ਕੀ ਕਰਵਾਇਆ ਪਤਾ ਜੇ? ਜ਼ਲੀਲ ਕਰਵਾ ਕੇ ਰੱਖਦੀ ਤੱਕ ਨਹੀਂ ਪੂਰੀ ਦੁਨੀਆ ਉੱਤੇ। ਕਿਸ ਮੂੰਹ ਨਾਲ ਰਫੀਲ ਨੂੰ ਲੈ ਕੇ ਜਾਂਦੇ? ਨਾਲੇ ਖਾੜੀ ਨਹੀਂ ਸੀ ਸਕਦੇ। ਦੇਖੋ ਜੀ, ਰਫੀਲ ਜਿਹੜਾ ਉਹ ਤੇ ਹੈਗਾ ਫਰਾਂਸ ਦਾ, ਅਗਰ ਇਹ ਲੈ ਜਾਂਦੇ ਤੇ ਫਰਾਂਸ ਕੀ ਲੈ ਕੇ ਆਉਂਦਾ? ਹੋਰ ਮੁਲਕ ਵੀ ਰਫੀਲ ਇਸਤੇਮਾਲ ਕਰਦੇ ਪਏ ਨੇ, ਮਿਸਰ ਹੈ, ਕਤਰ ਹੈ, ਦੀਗਰ ਹੋਰ ਮਮਾਲਕ ਵੀ ਰਫੀਲ ਇਸਤੇਮਾਲ ਕਰਦੇ ਨੇ। ਯਾਰ ਚਲੋ ਰਫੇਲ ਨਹੀਂ, ਉਸ ਤੋਂ ਇਲਾਵਾ ਸਖੋਈ ਸੀ, ਮਿਗ ਸੀ, ਮਹਾਰਾਜ ਸੀ, ਕਈ ਨੇ ਉਹਨਾਂ ਕੋਲ। ਮਹਾਰਾਜ ਵੀ ਫਰਾਂਸ ਦਾ ਉਸੇ ਕੰਪਨੀ ਦਾ। ਜਿਹੜੇ ਸਖੋਈ ਮਿਗ ਨੇ ਇਹ ਹੈਗੇ ਨੇ ਰੂਸ ਦੇ ਨੇ। ਅਗਰ ਇਹ ਲੈ ਜਾਂਦੇ ਤੇ ਉਹਨਾਂ ਨੇ ਕੀ ਇੰਟਰੋਡਿਊਸ ਕਰਾਉਣਾ ਸੀ? ਦੇਖੋ ਇਹਨਾਂ ਦਾ ਆਪਣਾ ਕੋਈ ਤਿਆਰਾ ਨਹੀਂ। ਦੇਖੋ, ਜਿਸ ਮੁਲਕ ਨੇ ਤਿਆਰਾ ਬਣਾਉਣਾ ਹੁੰਦਾ ਹੈ ਨਾ, ਉਹ ਇੰਟਰੋਡਿਊਸ ਕਰਵਾਉਂਦਾ, ਉਹਨੂੰ ਆਰਡਰ ਦਿੰਦੇ ਨੇ ਲੋਕ, ਉਹਦੇ ਕੋਲ ਤਿਆਰੇ ਖਰੀਦਦੇ ਨੇ। ਇਹਨਾਂ ਕੀ ਆਪਣੇ ਤਿਆਰੇ ਵੇਚਣੇ ਲਾਣੇ ਸੀ ਜਾ ਕੇ ਕਿ ਵੀ ਸਾਡੇ ਕੋਲ 36 ਹਨ ਤੇ ਹੁਣ ਅਸੀਂ 5 ਡੇਗਲੇ ਨੇ, 31 ਰਹਿੰਦੇ ਨੇ ਤੇ ਇਹਨਾਂ ਨੂੰ ਵੇਚ ਦਈਏ ਸੈਕੰਡ ਹੈਂਡ ਕਰਕੇ। ਯਾਰ ਮੈਨੂੰ ਯਾਦ ਆਇਆ, ਉਹਨਾਂ ਕੋਲ ਤੇਜਾ ਜੋ ਹੈ, ਤੇਜਾ ਇੱਕ ਵਾਰੀ ਇਹਨਾਂ ਦੁਬਈ 에ਅਰ ਸ਼ੋਅ 'ਚ ਖੜਿਆ ਸੀ, ਪਾਕਿਸਤਾਨ ਨਾਲ ਵਹਿੰਦਿਆਂ ਨੇ ਤੇਜੇ ਨੂੰ ਵੀ ਭਜਾ ਕੇ ਲੈ ਗਏ। ਉਹ ਤੇ ਖੜ ਕੇ ਜਦੋਂ ਇਹਨਾਂ ਨੇ ਉਡਾਇਆ ਨਾ ਤੇ ਉੜਦਾ ਨਾ ਡਿੱਗ ਪੈਣ ਲੱਗਾ ਸੀ, ਤਬਾਹ ਹੋ ਚਲਾ ਸੀ। ਇਹ ਬੜੀ ਮੁਸ਼ਕਲ ਦੇ ਨਾਲ ਬਚਿਆ। ਉੱਥੋਂ ਇੰਡੀਆ ਬੜਾ ਬੇਇੱਜ਼ਤ ਹੋ ਕੇ ਆਇਆ ਸੀ, ਮੋਦੀ ਦੀ ਹੁਕੂਮਤ ਸੀ ਉਦੋਂ ਬੜਾ ਜ਼ਲੀਲ ਹੋਇਆ ਸੀ ਤੇਜਾ। ਤੇ ਹੁਣ ਇਸ ਵਾਸਤੇ ਡਰਦੇ ਨਹੀਂ ਲੈ ਕੇ ਜਾਂਦੇ ਕਿ ਕਿਤੇ ਡਿੱਗੀ ਨਾ ਪਵੇ। ਦੇਖੋ ਜੀ, ਤੇਜੇ ਨੂੰ 40-45 ਸਾਲ ਹੋ ਗਏ ਨੇ, ਉਹ ਬਣਦਾ ਪਿਆ। ਉਹ ਤੇ ਤਕਰੀਬਨ 60-70 ਹਜ਼ਾਰ ਕਰੋੜ ਰੁਪਈਆ ਇੰਡੀਆ ਖਰਚ ਕਰ ਚੁੱਕਿਆ। ਲੇਕਿਨ ਉਹ ਵਿਚਾਰਾ ਅਜੇ ਨਾ, ਜੇ ਕਹਿੰਦੇ ਨਾ ਬੱਚਾ ਕਮਜ਼ੋਰ ਹੈ, ਚੱਲਣ ਜੋਗਾ ਨਹੀਂ ਹੈ, ਚੱਲਣ ਨਹੀਂ ਲੱਗਾ ਸਹੀ ਤਰ੍ਹਾਂ, ਰੇੜਾਂ ਲੱਗਾ, ਉਹ ਅਜੇ ਰੇੜਦਾ ਰਨਵੇ ਤੇ ਦੌੜਦਾ, ਉੱਡਦਾ ਨਹੀਂ, ਅਜੇ ਉੱਡਣ ਜੋਗਾ ਨਹੀਂ ਹੋਇਆ। ਤੇ ਚਲੋ ਯਾਰ ਠੀਕ ਹੈ, ਨਹੀਂ ਉੱਡਣ ਜੋਗਾ ਹੋਇਆ ਤੇ ਉਹਨੂੰ ਕੋਈ ਰਨਵੇ ਤੇ ਭਜਾ ਕੇ ਵਿਖਾ ਦਿੰਦੇ, ਬੁਲਾਣਾ ਤੇ ਚਾਹੀਦਾ ਸੀ ਨਾ। ਨਹੀਂ, ਵੈਸੇ ਹੱਕ ਬਣਦਾ ਸੀ ਇੰਡੀਆ ਦੇ ਕੋਲ ਤੇਜਾ ਇਹਨਾਂ ਦਾ ਜਿਹੜਾ, ਇਹਨੂੰ ਇੱਥੇ ਕਿਸੇ ਕੰਟੇਨਰ ਤੇ ਲੋਡ ਕਰਦੇ, ਖੋਲ ਕੇ ਕਰ ਲੈਂਦੇ, ਸਜਾ ਫਿੱਟ ਕਰ ਲੈਂਦੇ। ਉਸ ਤੋਂ ਬਾਅਦ ਇਹਨੂੰ ਕਿਸੇ ਸ਼ਿਪ ਦੇ ਵਿੱਚ ਲੋਡ ਕਰਕੇ ਬਰਤਾਨੀਆ ਪਹੁੰਚਾ ਦਿੰਦੇ, ਉੱਥੇ ਇਹਨੂੰ ਰਨਵੇ ਤੇ ਖੜਾ ਕਰਦੇ ਕਿ ਲਓ ਜੀ, ਇਹ ਇੰਡੀਆ ਦਾ ਵੀ ਤੇਜਾ ਹੈਗਾ, ਜੇ ਚੱਲਦਾ ਨਹੀਂ, ਜੇ ਚੱਲਣ ਜੋਗਾ ਆਸਤਾ ਹੋ ਜਾਏਗਾ, ਖਰਚਾ ਕਰ ਰਹੇ ਨੇ। ਤੇ ਉਹ ਗੱਲ ਤੁਹਾਡੀ ਸਹੀ ਹੈ, ਦੌੜ ਤੇ ਸਕਦਾ ਰਨਵੇ। ਨਹੀਂ, ਰਨਵੇ ਤੇ ਸਿਰਫ ਭਜਾ ਕੇ ਵਿਖਾ ਦਿੰਦੇ। ਨਹੀਂ, ਦੌੜ ਉਹਦੀ ਕਾਫੀ ਹੈ, 250-300 ਕਿਲੋਮੀਟਰ ਦੀ ਰਫ਼ਤਾਰ ਨਾਲ ਰਨਵੇ ਤੇ ਦੌੜ ਲੈਂਦਾ, ਉੱਡ ਵੀ ਕਦੀ ਲੈਂਦਾ। ਚਲੋ ਕੋਈ ਉਹਨਾਂ ਦਾ ਮਾਨ ਤੇ ਰਹਿ ਜਾਣਾ ਸੀ। ਹਾਂ, ਇਹ ਗੱਲ ਹੈ। ਵੈਸੇ ਜ਼ਿਆਦਤੀ ਕੀਤੀ ਹੈ, ਪਹਿਲੇ ਟਰੰਪ ਨੇ ਜ਼ਿਆਦਤੀ ਕੀਤੀ ਸੀ, ਹੁਣ ਬਰਤਾਨੀਆ ਨੇ ਵੀ ਇੰਡੀਆ ਨਾਲ ਜ਼ਿਆਦਤੀ, ਹਾਲਾਂਕਿ ਸਾਰੇ ਹੀ ਦੋਸਤ ਸੀ। ਬਣਿਆ ਕੀ, ਇੰਡੀਆ ਹਰ ਜਗ੍ਹਾ ਤੇ ਬੇਇੱਜ਼ਤ ਹੋ ਰਿਹਾ। ਤੁਸੀਂ ਦੇਖੋ ਕਿ ਮੋਦੀ ਗਿਆ ਜੰਗ ਹਾਰਨ ਤੋਂ ਬਾਅਦ G7 ਦੇ ਇਜਲਾਸ, ਅਗਲੇ ਅੰਦਰ ਨਹੀਂ ਵੜਨ ਦਿੱਤਾ ਉਹਨੇ, ਬਾਹਰ ਹੀ ਉਹਨਾਂ ਕਹਿੰਦਾ ਨਿਕਲ ਤੇਰੀ ਜਗ੍ਹਾ ਕੋਈ ਨਹੀਂ ਹੈ। बाहरी थे आप लोग, अंदर अलाउ नहीं था? ओह माय गॉड, नहीं अब मैं पूछूंगा ऐसा कैसे हुआ, लेकिन यहाँ तबीयत संभालिए आप। ਫਿਰ ਮੋਦੀ ਹੁਣ ਬੜਾ ਕਰਦਾ ਪਿਆ ਜੇ, ਪੂਰੀ ਦੁਨੀਆ ਤੋਂ ਬੇਇੱਜ਼ਤ ਹੋ ਕੇ ਨਾ, ਕੋਈ ਮੁਲਕ ਇਹਨੂੰ ਮੂੰਹ ਨਹੀਂ ਲਾ ਰਿਹਾ। ਤੇ ਅਫਰੀਕਾ ਦੇ ਕੁਝ ਮੁਲਕ ਨੇ ਮਾੜੇ ਜਿੱਥੇ ਥੋੜੀ ਆਬਾਦੀ, ਛੋਟੇ ਖਿੱਤੇ ਨੇ। ਪਿਛਾ ਇੱਕ ਵਜ਼ੀਰ ਆਲਾ ਨੇ ਮਜ਼ਾਕ ਉਡਾਇਆ ਸੀ ਕਿ ਇਹ ਕਿਹੜੇ ਮੁਲਕਾਂ ਦੇ ਵਿੱਚ ਜਾ ਰਿਹਾ ਜਿੱਥੇ ਥੋੜੀ ਆਬਾਦੀ ਹੈ, ਜੰਗਲਾਂ ਦੇ ਵਿੱਚ ਨਹੀਂ ਜਿਹੜੇ ਰਹਿੰਦੇ ਕਬੀਲੇ, ਕੋਈ ਜੰਗਲੀ ਕਬੀਲੇ ਅਫਸ਼ੀ ਜਿਹੜੇ ਨੇ। ਤੁਸੀਂ ਦੇਖਿਆ ਹੋਣਾ ਵਿਲਾਗ ਵੀ ਉਹਨਾਂ ਦੇ ਆਉਂਦੇ ਨੇ ਜਿਹੜੇ ਗੋਸ਼ਤ ਕੁਛ ਖਾ ਰਹੇ ਹੁੰਦੇ ਨੇ ਜਾਨਵਰਾਂ। ਯਾਰ ਉਹ ਹੋ ਸਕਦਾ ਪਾਕਿਸਤਾਨ ਨਾਲ ਹੱਥੋਂ ਹੱਥ ਲੜਾਈ ਕਰਨ ਦੇ ਚੱਕਰ 'ਚ ਹੋਵੇ ਕਿ ਇਹਨਾਂ ਸਾਰਿਆਂ ਨੂੰ ਇੰਡੀਆ ਲਿਆਇਆ। ਨਹੀਂ, ਉਹਨੂੰ ਪਤਾ ਕਿ ਬਾਕੀ ਅਮਰੀਕਾ, ਬਰਤਾਨੀਆ, ਦੂਸਰੀ ਦੁਨੀਆ ਵਾਲੇ ਤੇ ਹੁਣ ਮੈਨੂੰ ਸਮਝ ਗਏ ਨੇ ਕਿ ਮੈਂ ਸਾਰੀ ਜ਼ਿੰਦਗੀ ਝੂਠ ਬੋਲਿਆ, ਇੰਡੀਆ ਝੂਠ ਬੋਲਦਾ, ਪਾਕਿਸਤਾਨ ਆਤੰਕਵਾਦੀ ਦੇਸ਼ ਹੈ। ਉਹ ਪਾਕਿਸਤਾਨ ਦੀ ਇੱਜ਼ਤ ਬਣ ਗਈ ਹੈ, ਇਹ ਜ਼ਲੀਲ ਹੋ ਗਿਆ। ਤੇ ਹੁਣ ਇਹ ਉਹਨਾਂ ਲੋਕਾਂ ਕੋਲ ਜਾ ਰਿਹਾ ਜਿਨ੍ਹਾਂ ਨੂੰ ਕੋਈ ਸ਼ੌਰ ਨਹੀਂ, ਦੁਨੀਆ ਨਾਲ ਰਾਬਤਾ ਕੋਈ ਨਹੀਂ, ਉਹਨਾਂ ਨੂੰ ਦੱਸ ਰਿਹਾ ਕਿ ਮੈਂ ਦੁਨੀਆ ਦਾ ਬਹੁਤ ਇੱਕ ਮਹਾਨ ਦੁਨੀਆ ਦਾ ਇੱਕ ਨੇਤਾ ਵਾਂ, ਮੇਰਾ ਮੁਲਕ ਬਹੁਤ ਵੱਡਾ ਹੈ ਤੇ ਮੈਂ ਅਖੰਡ ਭਾਰਤ ਬਣਾਉਣਾ, ਤੁਸੀਂ ਮੇਰੇ ਨਾਲ ਮਿਲੋ। ਕਿਉਂਕਿ ਮੈਨੂੰ ਪਤਾ ਬਾਕੀ ਸਾਰੇ ਸਾਥ ਛੱਡ ਗਏ ਨੇ ਤੇ ਹੁਣ ਉਹ ਜਿਹੜੇ ਜੰਗਲੀ ਕਬੀਲਿਆਂ ਦੇ ਲੋਕ ਨੇ ਨਾ, ਉਹਨਾਂ ਨੂੰ ਮਿਲਾ ਕੇ ਤੇ ਆਪਣਾ ਇਤਿਹਾਦ ਬਣਾਉਣਾ ਚਾਹੁੰਦਾ। ਅੱਛਾ ਇਸ਼ਫਾਕ ਭਾਈ, ਇੰਡੀਆ ਵਾਸਤੇ ਮੇਰੇ ਕੋਲ ਇੱਕ ਮਸ਼ਵਰਾ ਬੜਾ ਕੀਮਤੀ। ਮਸ਼ਵਰਾ ਦਿਓ, ਕੀ ਕਹਿੰਦੇ ਹੋ ਤੁਸੀਂ? ਯਾਰ ਜਿਹੜਾ ਨਾ ਵੇਖੋ, ਹਰ ਮੁਲਕ ਕਿਸੇ ਨਾ ਕਿਸੇ ਟੈਕਨੋਲੋਜੀ 'ਚ ਅੱਗੇ ਆ। ਜੀ ਬਿਲਕੁਲ। ਇੰਡੀਆ ਜਿਹੜਾ ਹੈ ਨਾ, ਇਹ ਫਿਲਮਾਂ 'ਚ ਬੜਾ ਅੱਗੇ ਆ, ਬਾਲੀਵੁੱਡ 'ਚ ਬੜਾ ਅੱਗੇ ਆ।
ਝੂਠ ਬੋਲਣ ਚ, ਡਰਾਮੇ ਕਰਨ ਚ, ਡਰਾਮੇ ਕਰਨ ਚ, ਇਹ ਤੇ ਡਰਾਮੇ ਡਰੂਮੇ, ਇਹਨਾਂ ਨੂੰ ਚਾਹੀਦਾ ਹੈ ਕਿ ਯਾਰ ਲੜਨਾ ਲੁੜਨਾ ਇਹਨਾਂ ਦੇ ਵੱਸ ਦਾ ਕੰਮ ਨਹੀਂ, ਡਰਾਮੇਬਾਜ਼ੀਆਂ ਕਰ ਸਕਦੇ ਨੇ। ਠੀਕ ਹੈ। ਤੇ ਇਹ ਲੜਨ ਲੁੜਨ ਨਾ, ਇਹ ਫਿਲਮਾਂ ਬੜੀਆਂ ਅੱਛੀਆਂ ਬਣਾਉਂਦੇ ਨੇ, ਇਹ ਸਿਰਫ ਦੁਨੀਆ ਦੇ ਉੱਤੇ ਫਿਲਮਾਂ ਨੂੰ ਧਿਆਨ ਨਾਲ ਵੇਖਿਆ ਕਰਨ, ਠੀਕ ਹੈ, ਇਨਵੈਸਟਮੈਂਟ ਕਰਨ, ਫਿਰ ਉੱਤੇ ਫਿਲਮਾਂ ਬਣਾਉਣ। ਮਤਲਬ ਦੁਨੀਆ ਦੀਆਂ ਜੰਗਾਂ ਵੇਖਣ ਤੇ ਉਹਦੇ ਉੱਤੇ ਫਿਲਮਾਂ ਬਣਾ ਕੇ ਤੇ ਫਿਲਮ ਤੋਂ ਪੈਸਾ ਕਮਾਉਣ, ਫਿਲਮ ਤੋਂ ਪੈਸਾ ਕਮਾਉਣ, ਬਸ ਇਹ ਇਹਨਾਂ ਵਾਸਤੇ ਬੜਾ ਯਾਨੀ ਇਹ ਫਿਲਮੀ ਬਹਾਦਰ ਨੇ ਬਸ। ਫਿਲਮੀ ਬਹਾਦਰ ਨੇ, ਬਿਲਕੁਲ। ਜਿਵੇਂ ਸਾਡੇ DGISPR ਨੇ ਕਿਹਾ ਨਾ ਕਿ ਕਿਤੇ ਬਾਲੀਵੁੱਡ ਦੀ ਦੁਨੀਆ 'ਚ ਹੀ ਰਹਿੰਦੇ ਨੇ, ਬਾਲੀਵੁੱਡ ਦੀ ਦੁਨੀਆ ਨਹੀਂ, ਹਕੀਕੀ ਦੁਨੀਆ ਹੈ। ਚਲੋ ਅੱਲਾਹ ਤਾਲਾ ਨੇ ਬਹੁਤ ਜ਼ਲੀਲ ਕਰਾਇਆ ਇਹਨਾਂ ਨੂੰ, ਮੁਸ਼ਰਕੀਨ ਨੂੰ, ਝੂਠਿਆਂ ਲੋਕਾਂ ਨੂੰ ਬਹੁਤ ਜ਼ਲੀਲ ਕਰਾਇਆ ਅੱਲਾਹ ਤਾਲਾ ਨੇ, ਔਰ ਪਾਕਿਸਤਾਨ ਨੂੰ ਫਤਿਹ ਦਿੱਤੀ ਹੈ।